ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 5 ਜੁਲਾਈ ਦਿਨ ਮੰਗਲਵਾਰ ਤੇ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਜੁੜਦੇ ਨੇ ਸੁਸ਼ੀਲ ਦੋਸਾਂਝ ਜੀ ਚੰਡੀਗੜ੍ਹ ਸਟੂਡੀਓਜ਼ ਤੋਂ। ਸੁਸ਼ੀਲ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਬਹੁਤ ਬਹੁਤ ਮਿਹਰਬਾਨੀ ਰਾਜਕਰਨਵੀਰ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਚੰਡੀਗੜ੍ਹ ਸਟੂਡੀਓ ਤੋਂ ਖਬਰ ਤੇ ਨਜ਼ਰ ਪ੍ਰੋਗਰਾਮ ਸੁਸ਼ੀਲ ਦੋਸਾਂਝ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਪਰ ਦੋਸਤੋ ਅੱਜ ਅਸੀਂ ਜੁੜਦੇ ਤੁਹਾਡੇ ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਲਗਾਤਾਰ ਪੰਜਾਬ ਦੀ ਤੇਜ਼ ਹੁੰਦੀ ਜਾ ਰਹੀ ਚੋਣ ਸਿਆਸਤ ਬਾਰੇ ਟਿੱਪਣੀਆਂ ਸਾਡੀਆਂ ਰਹਿਣਗੀਆਂ। ਨਾਲ ਦੀ ਨਾਲ ਦੇਸ਼ ਵਿੱਚ ਭਾਰਤ ਵਿੱਚ 2 ਸਾਲਾਂ ਬਾਅਦ ਨਰਿੰਦਰ ਮੋਦੀ ਦੀ ਵਜ਼ਾਰਤ ਦੇ ਵਿੱਚ ਵਾਧਾ ਕੀਤਾ ਗਿਆ, ਉਹਦੇ ਬਾਰੇ ਵੀ ਅਸੀਂ ਅਖੀਰ ਦੇ ਵਿੱਚ ਟਿੱਪਣੀ ਕਰਾਂਗੇ। ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜਕਰਨਵੀਰ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗੇ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਇਹ ਇੰਸ਼ੋਰੈਂਸ ਕਰਦੇ ਨੇ। ਜੇਕਰ ਤੁਸੀਂ AARP ਦੇ ਮੈਂਬਰ ਹੋ, AARP ਦੇ ਮੈਂਬਰ ਹੋ, ਤੁਹਾਡਾ ਰੈਕਡ ਕਲੀਨ ਆ ਅਤੇ ਇਹ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30 ਤੋਂ 40% ਤੱਕ ਦਾ ਤੁਹਾਨੂੰ ਡਿਸਕਾਊਂਟ ਦਵਾ ਸਕਦੇ ਨੇ। ਇਸ ਦੇ ਨਾਲ ਇਹ ਘਰਾਂ ਦੀ, ਕਾਰਾਂ ਦੀ, ਲਾਈਫ, ਟੈਕਸੀ, ਕਮਰਸ਼ੀਅਲ, ਗੈਸ ਸਟੇਸ਼ਨ, ਲਿਕਰ ਸਟੋਰ, ਹੋਟਲ, ਮੋਟਲ, ਸ਼ਾਪਿੰਗ ਸੈਂਟਰ, ਅਪਾਰਟਮੈਂਟਸ, ਰੈਸਟੋਰੈਂਟਸ, ਇਹਨਾਂ ਸਾਰਿਆਂ ਦੀ ਇੰਸ਼ੋਰੈਂਸ ਪੂਰੇ ਅਮਰੀਕਾ ਭਰ ਵਿੱਚ 100 ਤੋਂ ਵੱਧ A-ਰੇਟਡ ਕੰਪਨੀਜ਼ ਦੇ ਨਾਲ ਕਰਦੇ ਨੇ। ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 408-272-2500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕੌਨਸਨ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਦਲਬੀਰ ਸਿੰਘ ਗਿੱਲ ਲਾਈਵੋਕ ਤੋਂ ਅਤੇ ਬਿੱਲਾ ਸਿੰਘ ਗੇੜਾ ਜੀ ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਸੁਸ਼ੀਲ ਜੀ ਆਪਾਂ ਸ਼ੁਰੂ ਕਰਦੇ ਹਾਂ। ਪੰਜਾਬ ਦੀ ਜਿਹੜੀ ਭਖ ਰਹੀ ਸਿਆਸਤ ਆ ਉਸ ਨੂੰ ਲੈ ਕੇ ਪੰਜਾਬ ਦੀ ਇਸ ਟਾਈਮ ਸਿਆਸਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਵਾਸਤੇ ਜਿਹੜੀ ਆਮ ਆਦਮੀ ਪਾਰਟੀ ਆ ਇੱਕ ਬਹੁਤ ਵੱਡਾ ਹਊਆ ਬਣ ਕੇ ਜਿਹੜੀ ਉੱਭਰ ਰਹੀ ਆ। ਇਹ ਦੋਨਾਂ ਹੀ ਪਾਰਟੀਆਂ ਦੇ ਜਿਹੜੇ ਮੁੱਖ ਬੁਲਾਰੇ ਨੇ ਜਾਂ ਮੁੱਖ ਉਮੀਦਵਾਰ ਨੇ ਜਾਂ ਜਿਹੜੇ ਵੀ ਮੇਨ ਬੰਦੇ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਖਿਲਾਫ ਹੀ ਝੰਡਾ ਚੁੱਕਿਆ ਆ। ਕੋਈ ਜਿਹੜਾ ਆ ਇਸ ਨੂੰ ਸਿੱਖ ਵਿਰੋਧੀ ਕਹਿੰਦਾ ਆ, ਕੋਈ ਪਾਣੀਆਂ ਦੇ ਮੁੱਦੇ ਦੇ ਉੱਤੇ ਧੋਖੇਬਾਜ਼ ਇਹਨਾਂ ਨੂੰ ਕਹਿੰਦਾ ਆ, ਕੋਈ ਕਹਿੰਦਾ ਵੀ ਆਮ ਆਦਮੀ ਪਾਰਟੀ ਵਾਲੇ ਮੂਰਖ ਆ। ਇੱਕ ਦੂਜੇ ਦੇ ਖਿਲਾਫ ਇਹਨਾਂ ਦੀ ਜਿਹੜੀ ਸਿਆਸਤ ਆ ਉਹ ਠੰਡੀ ਆ, ਪਰ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜੀ ਕਾਫੀ ਗਰਮ ਆ, ਤੱਤੀ ਆ ਅਤੇ ਇੱਦਾਂ ਦੇ ਬਿਆਨ ਸੁਣਨ ਨੂੰ ਮਿਲ ਰਹੇ ਨੇ। ਦੇਖੋ, ਸ਼੍ਰੋਮਣੀ ਅਕਾਲੀ ਦਲ, BJP ਗੱਠਜੋੜ ਤੇ ਕਾਂਗਰਸ ਪਾਰਟੀ, ਇਹ ਦੋਵੇਂ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਉੱਤਰ ਕਾਟੋ ਮੈਂ ਚੜ੍ਹਾ ਦੀ ਜਿਹੜੀ ਇੱਕ ਰਵਾਇਤ ਬਣੀ ਹੋਈ ਸੀ ਉਹਦੇ ਮੁਤਾਬਕ ਚੱਲਦੇ ਆ ਰਹੇ ਸੀ। ਸਿਰਫ ਪਿਛਲੀ ਵਾਰ ਕਾਂਗਰਸ ਪਾਰਟੀ ਨੂੰ ਬਹੁਤ ਜ਼ਬਰਦਸਤ ਧੱਕਾ ਇਸ ਕਰਕੇ ਲੱਗਾ ਵੀ ਉਹਨਾਂ ਦੇ 25-26 ਬਾਗੀ ਖੜੇ ਹੋ ਗਏ ਤੇ ਕੈਪਟਨ ਅਮਰਿੰਦਰ ਦੀ ਅਗਵਾਈ 'ਚ ਸਰਕਾਰ ਬਣਦਿਆਂ ਤੈਅ ਕੀ। ਸੋ ਹੁਣ 9.5 ਸਾਲ ਤੋਂ ਤਾਂ ਪੰਜਾਬ ਦੇ ਵਿੱਚ 9.5 ਸਾਲ ਤੋਂ ਤਾਂ ਸ਼੍ਰੋਮਣੀ ਅਕਾਲੀ ਦਲ BJP ਦੀ ਸਰਕਾਰ ਹੈ। ਪਰ ਜਿਹੜਾ ਇੱਕ ਰਵਾਇਤ ਬਣੀ ਹੋਈ ਹੈ ਕਿ ਇਹ 5 ਸਾਲ ਤੁਸੀਂ ਰਾਜ ਕਰ ਦਿਓ, 5 ਸਾਲ ਅਸੀਂ ਰਾਜ ਕਰ ਲਾਂਗੇ ਜੀ, ਅਕਾਲੀਆਂ ਤੇ ਕਾਂਗਰਸੀਆਂ ਦੇ ਵਿਚਾਲੇ ਜਿਹੜੀ ਇੱਕ ਚੁੱਪ ਦੀ ਸਹਿਮਤੀ ਹੈ, ਚੁੱਪ ਚਪੀਤੀ ਸਹਿਮਤੀ ਜਿਹੜੀ ਹੈ ਉਹ ਇਸ ਵਾਰ ਬ੍ਰੇਕ ਹੁੰਦੀ ਦਿਖਾਈ ਦੇ ਰਹੀ ਹੈ, ਉਹ ਟੁੱਟਦੀ ਦਿਖਾਈ ਦੇ ਰਹੀ ਹੈ ਜੀ। ਕਾਰਨ ਉਹਦਾ ਇਹ ਹੈ ਕਿ ਆਮ ਆਦਮੀ ਪਾਰਟੀ ਨੇ ਲਗਭਗ ਰੁਤਬਾ ਜਿਹੜਾ ਆ ਉਹ ਅਕਾਲੀ ਦਲ, BJP ਗੱਠਜੋੜ ਤੇ ਕਾਂਗਰਸ ਪਾਰਟੀ ਦੇ ਬਰਾਬਰ ਦਾ ਹਾਸਲ ਕਰ ਲਿਆ ਪੰਜਾਬ ਦੇ ਵਿੱਚ ਜੀ। ਤੇ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਜਨਤਕ ਮੰਚਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਤੇ BJP ਗੱਠਜੋੜ ਦੇ ਵੱਡੇ ਆਗੂ, ਖੁਦ ਸਰਦਾਰ ਬਾਦਲ ਜਾਂ ਸੁਖਬੀਰ ਬਾਦਲ ਜਾਂ ਵਿਜੇ ਸਾਂਪਲਾ, ਇਹ ਕਹਿੰਦੇ ਨਹੀਂ ਥੱਕਦੇ ਕਿ ਸਾਡੀ ਤਾਂ ਜਿਹੜੀ ਚੋਣਾਂ 'ਚ ਲੜਾਈ ਹੈ ਉਹ ਸਿਰਫ ਕਾਂਗਰਸ ਦੇ ਨਾਲ ਹੈ, ਆਮ ਆਦਮੀ ਪਾਰਟੀ ਦੇ ਕਿਤੇ ਹੈ ਹੀ ਨਹੀਂ। ਤੇ ਏਦਾਂ ਹੀ ਕਾਂਗਰਸ ਵਾਲੇ ਕੈਪਟਨ ਅਮਰਿੰਦਰ ਵੀ ਕਹਿੰਦੇ ਆਏ ਆ ਕਿ
ਸਾਡਾ ਯੁੱਧ ਜਿਹੜਾ ਆ ਚੋਣ ਯੁੱਧ ਅਕਾਲੀ ਦਲ BJP ਗੱਠਜੋੜ ਨਾਲ ਸੀਨ ਦੇ ਵਿੱਚ ਆਮ ਆਦਮੀ ਪਾਰਟੀ ਹੈ ਨਹੀਂ। ਇਹ ਤਾਂ ਉਹ ਜਨਤਕ ਮੰਚਾਂ ਤੇ ਕਹਿੰਦੇ ਆ ਵੀ ਚੋਣ ਅਖਾੜੇ ਦੇ ਵਿੱਚ ਸਾਡੇ ਮੁਕਾਬਲੇ ਅਕਾਲੀ BJP ਵਾਲੇ ਕਹਿੰਦੇ ਕਾਂਗਰਸ ਹੈ, ਕਾਂਗਰਸ ਵਾਲੇ ਕਹਿੰਦੇ ਅਕਾਲੀ BJP ਹੈ। ਪਰ ਜਦੋਂ ਨੁਕਤਾਚੀਨੀ ਦਾ ਲੈਵਲ ਦੇਖਦੇ ਆ, ਜਦੋਂ ਕਿਸੇ ਨੂੰ ਕ੍ਰਿਟੀਸਾਈਜ਼ ਕਰਨਾ ਤਾਂ ਕਾਂਗਰਸ ਨੂੰ ਉਸ ਲੈਵਲ ਦੇ ਉੱਤੇ ਅਕਾਲੀ ਦਲ BJP ਕ੍ਰਿਟੀਸਾਈਜ਼ ਨਹੀਂ ਕਰ ਰਿਹਾ ਤੇ ਨਾ ਹੀ ਕਾਂਗਰਸ ਅਕਾਲੀ ਦਲ BJP ਨੂੰ ਕ੍ਰਿਟੀਸਾਈਜ਼ ਕਰ ਰਿਹਾ। ਉਸ ਰੂਪ ਦੇ ਵਿੱਚ ਕ੍ਰਿਟੀਸਾਈਜ਼ ਇਹ ਦੋਨੋਂ ਰਲ ਕੇ ਕਰਦੇ ਆਮ ਆਦਮੀ ਪਾਰਟੀ ਨੂੰ। ਜਾਣੀ ਜ਼ੁਬਾਨ ਤੋਂ ਤਾਂ ਇਹ ਕਹਿੰਦੇ ਸਾਡਾ ਮੁਕਾਬਲਾ ਹੀ ਸਿਰਫ ਆਪੋ ਵਿੱਚ ਹੀ ਆ ਕਾਂਗਰਸ ਤੇ ਅਕਾਲੀਆਂ ਦਾ ਜੀ, ਤੇ ਆਮ ਆਦਮੀ ਪਾਰਟੀ ਤਾਂ ਜੀ ਉਸ ਮੁਕਾਬਲੇ ਦੇ ਵਿੱਚ ਹੀ ਹੈ ਨਹੀਂ, ਕਿਤੇ ਸੀਨ 'ਚ ਹੈ ਨਹੀਂ। ਤੇ ਜਦੋਂ ਹਮਲਾ ਕਰਨਾ ਤੇ ਹਮਲਾ ਕਰਨਾ ਆਮ ਆਦਮੀ ਪਾਰਟੀ ਦੇ ਦੋਨਾਂ ਨੇ। ਇਹਦੇ ਤੋਂ ਇੱਕ ਗੱਲ ਸਾਫ਼ ਹੁੰਦੀ ਹੈ ਕਿ ਅਸਲ ਦੇ ਵਿੱਚ ਚੋਣ ਮੁਕਾਬਲਾ ਇਹ ਦੋਨੋਂ ਧਿਰਾਂ ਸਮਝ ਰਹੀਆਂ ਹੈ ਕਿ ਉਹਨਾਂ ਦਾ ਚੋਣ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੋਣ ਜਾ ਰਿਹਾ। ਇਹ ਡਰ, ਇਹ ਖੌਫ ਉਹਨਾਂ ਨੂੰ ਬਾਰ-ਬਾਰ ਆਮ ਆਦਮੀ ਪਾਰਟੀ ਦੇ ਖਿਲਾਫ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲਈ ਉਕਸਾਉਂਦਾ ਹੈ। ਹੁਣ ਤਾਜ਼ਾ ਜਿਹੜਾ ਘਟਨਾਕ੍ਰਮ ਹੋਇਆ, 2 ਦਿਨ ਅਰਵਿੰਦ ਕੇਜਰੀਵਾਲ ਪੰਜਾਬ ਦੇ ਦੌਰੇ ਤੇ ਆਏ ਸੀ ਤੇ 2 ਦਿਨਾਂ 'ਚ ਪੰਜਾਬ ਦੀ ਪੋਲੀਟਿਕਸ ਬਹੁਤ ਜ਼ਿਆਦਾ ਗਰਮ ਹੋ ਗਈ ਹੈ ਜੀ। ਉਹਨਾਂ ਨੇ ਆ ਕੇ ਇੱਥੇ ਯੂਥ ਮੈਨੀਫੈਸਟੋ ਜਾਰੀ ਕੀਤਾ। ਫਿਰ ਉਹ ਮਲੇਰਕੋਟਲੇ ਦਾ ਬੇਅਦਬੀ ਦਾ ਕਾਂਡ ਇਸ ਵੇਲੇ ਬਹੁਤ ਸੁਰਖੀਆਂ ਦੇ ਵਿੱਚ ਹੈ। ਉਹਦੇ ਬਾਰੇ ਉਹਨਾਂ ਨੇ ਕਿਹਾ ਕਿ ਮਲੇਰਕੋਟਲਾ ਕਾਂਡ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦਾ ਨਾਂ ਜਿਹੜਾ ਘਸੀੜਿਆ ਗਿਆ ਜਾਂ ਘਸੀਟਿਆ ਗਿਆ, ਇਹ ਅਕਾਲੀ ਦਲ BJP ਦੀ ਸਾਜ਼ਿਸ਼ ਹੈ। ਉਧਰ ਅਕਾਲੀ ਦਲ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਦਾ ਸੱਚ ਸਾਹਮਣੇ ਆ ਗਿਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ 2 ਦਿਨਾਂ ਦੇ ਵਿੱਚ ਵਾਪਰੀਆਂ, ਇਹਨੇ ਇੱਕ ਤਸਵੀਰ ਸਾਫ਼ ਕਰ ਦਿੱਤੀ ਹੈ ਕਿ ਪੰਜਾਬ ਦਾ ਚੋਣ ਮੁਕਾਬਲਾ 2017 ਦਾ ਬਹੁਤ ਟਫ ਹੋਣ ਜਾ ਰਿਹਾ ਹੈ ਤੇ ਅਸਲ ਮੁਕਾਬਲਾ ਅਕਾਲੀ ਦਲ BJP ਗੱਠਜੋੜ, ਕਾਂਗਰਸ ਤੇ ਆਮ ਆਦਮੀ ਪਾਰਟੀ ਤਿੰਨਾਂ ਦੇ ਵਿਚਾਲੇ ਇੱਕ ਤਿਕੋਣਾ ਮੁਕਾਬਲਾ ਬਣੇਗਾ, ਨਾ ਕਿ ਕੋਈ ਜਿਹੜੀ ਆਮੋ ਸਾਹਮਣੀ ਲੜਾਈ, ਕੋਈ ਨੈਕ ਟੂ ਨੈਕ ਫਾਈਟ ਅਕਾਲੀ ਦਲ BJP ਗੱਠਜੋੜ ਕਾਂਗਰਸ ਦੀ ਜਾਂ ਕਾਂਗਰਸ ਦੀ ਅਕਾਲੀ ਦਲ BJP ਨਾਲ। ਏਦਾਂ ਨਹੀਂ ਹੈ। 3 ਧਿਰੀ ਜਿਹੜੀ ਹੈ ਬੜੀ ਟਫ ਲੜਾਈ ਜਿਹੜੀ ਹੈ ਅਸੀਂ ਇਹਨਾਂ ਚੋਣਾਂ 'ਚ ਦੇਖਾਂਗੇ ਜੀ। ਜੀ ਤੇ ਅੱਗੇ ਆਪਾਂ ਸੁਸ਼ੀਲ ਜੀ ਵੱਧਦੇ ਹਾਂ। ਤੁਸੀਂ ਯੂਥ ਮੈਨੀਫੈਸਟੋ ਦੀ ਗੱਲ ਵੀ ਕੀਤੀ ਸੀ ਵੀ ਯੂਥ ਚੋਣ ਮਨੋਰਥ ਪੱਤਰ ਜਿਹੜਾ ਆ ਉਹ ਜਾਰੀ ਕੀਤਾ ਆਮ ਆਦਮੀ ਪਾਰਟੀ ਨੇ। ਧਾਰਮਿਕ ਤੌਰ ਦੇ ਉੱਤੇ ਵੀ ਇਸ ਦੇ ਜਿਹੜੇ ਜੀ ਬਾਰੇ ਗੱਲ ਕੀਤੀ ਜਾ ਰਹੀ ਆ। ਕਾਫੀ ਜਿਹੜੀ ਇਸ ਚੀਜ਼ ਦੇ ਵਿੱਚ ਆਮ ਆਦਮੀ ਪਾਰਟੀ ਫਸਦੀ ਜਿਹੜੀ ਆ ਨਜ਼ਰ ਆਉਂਦੀ ਆ। ਦੇਖੋ, ਯੂਥ ਮੈਨੀਫੈਸਟੋ ਜਾਰੀ ਜਿਹੜਾ ਕੀਤਾ ਗਿਆ ਉਹਦੇ ਤੇ ਵੀ ਆਪਾਂ ਟਿੱਪਣੀ ਕਰਦੇ ਹਾਂ, ਪਰ ਇਹ ਜ਼ਰੂਰ ਹੈ ਕਿ ਜਦੋਂ ਤੁਸੀਂ ਪੰਜਾਬ ਵਰਗੇ ਸੂਬੇ ਦੇ ਵਿੱਚ ਇੱਕ ਵੱਜਵੀਂ ਰਾਜਨੀਤੀ ਕਰਨ ਜਾ ਰਹੇ ਹੋ ਤੇ ਆਪਣੇ ਆਪ 'ਚ ਤੁਹਾਡਾ ਦਾਅਵਾ ਵੀ ਹੈ ਕਿ ਆਉਂਦੀ ਸਰਕਾਰ ਸਾਡੀ ਬਣਨੀ ਹੈ, ਆਮ ਆਦਮੀ ਪਾਰਟੀ ਦਾ ਮੈਂ ਜ਼ਿਕਰ ਕਰ ਰਿਹਾ, ਤਾਂ ਫਿਰ ਤੁਹਾਨੂੰ ਜ਼ਰੂਰ ਘੱਟੋ ਘੱਟ ਉਹ ਜਿਹੜੀ ਸਟੇਟ ਹੈ, ਉਹ ਸੂਬਾ ਜਿਹੜਾ ਜਿੱਥੇ ਇੱਕ ਧਰਮ ਬਹੁਤ ਮਹੱਤਵਪੂਰਨ ਰੋਲ ਅਦਾ ਕਰਦਾ ਹੈ ਜੀ, ਜਿੱਥੇ ਮਜ਼ਹਬ ਦਾ ਇੱਕ ਰੋਲ ਹੈ ਤੇ ਵੋਟਰਾਂ ਦੇ ਉੱਤੇ ਵੀ ਇਹਦਾ ਅਸਰ ਰਹਿੰਦਾ ਹੈ, ਤੇ ਤੁਹਾਨੂੰ ਘੱਟੋ ਘੱਟ ਇਹਦੇ ਬਾਰੇ ਜ਼ਰੂਰ ਸੁਚੇਤ ਜਾਂ ਚੌਕਸ ਰਹਿਣ ਦੀ ਜ਼ਰੂਰਤ ਹੁੰਦੀ ਹੈ। ਹੋਇਆ ਇਹ ਹੈ ਕਿ ਉਹਨਾਂ ਨੇ ਆਪਣਾ ਯੂਥ ਮੈਨੀਫੈਸਟੋ ਦਾ ਜਿਹੜਾ ਪੈਂਫਲੇਟ ਛਾਪਿਆ, ਉਹਦੇ ਤੇ ਜਿਹੜੀ ਤਸਵੀਰ ਛਾਪੀ ਹੈ ਉਹ ਕਿਸੇ ਦਰਬਾਰ ਸਾਹਿਬ ਦੀ ਤਸਵੀਰ ਵੀ ਹੈ ਤੇ ਨਾਲ ਉਹਨਾਂ ਦਾ ਜਿਹੜਾ ਚੋਣ ਨਿਸ਼ਾਨ ਹੈ ਝਾੜੂ। ਹੁਣ ਵਿਜੇ ਕੁਮਾਰ ਸਾਂਪਲਾ ਨੇ ਇਹ ਮੁੱਦਾ ਚੁੱਕ ਲਿਆ ਜੀ। ਵਿਜੇ ਕੁਮਾਰ ਸਾਂਪਲਾ ਨੇ ਕਿਹਾ ਕਿ ਇਹ ਤਾਂ ਬੇਅਦਬੀ ਹੈ। ਨਾਲ ਦੀ ਨਾਲ ਉਹਨੇ ਇਹ ਵੀ ਕਿਹਾ ਕਿ ਜਿਹੜਾ ਆਸ਼ੀਸ਼ ਖੇਤਾਨ ਹੈ, ਜਦੋਂ ਇਹ ਚੋਣ ਐਲਾਨਨਾਮਾ ਰੱਖਿਆ ਗਿਆ ਆਮ ਆਦਮੀ ਪਾਰਟੀ ਦਾ ਸੀਨੀਅਰ ਲੀਡਰ ਆਸ਼ੀਸ਼ ਖੇਤਾਨ, ਉਹ ਕਹਿੰਦਾ ਕਿ ਸਾਡੇ ਲਈ ਚੋਣ ਐਲਾਨਨਾਮਾ ਜਿਹੜਾ ਆ ਉਹ ਭਗਵਤ ਗੀਤਾ ਤੇ ਇਹ ਬਾਈਬਲ ਤੇ ਇਹ ਕੁਰਾਨ ਸ਼ਰੀਫ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੈ ਜੀ। ਸਾਂਪਲਾ ਉਹਨਾਂ ਨੇ ਸਵਾਲ ਉਠਾ ਦਿੱਤਾ ਹੈ ਕਿ ਆਪਣੇ ਚੋਣ ਐਲਾਨਨਾਮਿਆਂ ਨੂੰ ਪਵਿੱਤਰ ਧਰਮ ਗ੍ਰੰਥਾਂ ਦੇ ਨਾਲ ਜੋੜਨਾ ਜਿਹੜਾ ਆ ਇਹ ਉਦਾਂ ਹੀ ਵਾਇਲੇਸ਼ਨ ਹੈ ਤੇ ਇਹ ਨੈਤਿਕ ਤੌਰ ਤੇ ਵੀ ਠੀਕ ਨਹੀਂ, ਤੇ ਚੋਣ ਨਿਯਮ ਜਿਹੜੇ ਆ ਉਹ ਵੀ ਇਹ ਕਹਿੰਦੇ ਆ ਕਿ ਧਾਰਮਿਕ ਜਿਹੜੇ ਪ੍ਰਤੀਕ ਚਿੰਨ੍ਹ ਆ ਉਹਨਾਂ ਨੂੰ ਆਪਣੇ ਤੁਸੀਂ ਚੋਣ ਕੰਪੇਨ 'ਚ ਜਿਹੜਾ ਆ ਉਹ ਨਹੀਂ ਜੋੜ ਸਕਦੇ ਜੀ। ਸੋ ਇਹ ਕੱਪੜੇ ਜਿਹੜੇ ਆ ਥੋੜੇ ਬਹੁਤ ਖਾਦੇ ਆ ਆਮ ਆਦਮੀ ਪਾਰਟੀ ਨੇ, ਕਿਉਂਕਿ ਅਰਵਿੰਦ ਕੇਜਰੀਵਾਲ ਤਾਂ ਹੁਣ ਪੰਜਾਬ ਦੀ ਜਿਹੜੀ ਰਵਾਇਤ ਹੈ, ਪੰਜਾਬ ਦਾ ਜਿਹੜਾ ਕਲਚਰ ਹੈ, ਪੰਜਾਬ ਦੀ ਜਿਹੜੀ ਧਾਰਮਿਕ ਵਿਰਾਸਤ ਹੈ, ਜਾਂ ਪੰਜਾਬ ਦੇ ਵਿੱਚ
ਧਾਰਮਿਕ ਤੌਰ ਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਜਾਂ ਵਾਪਰ ਰਹੀਆਂ ਜਾਂ ਵਾਪਰਨਗੀਆਂ, ਉਹਨਾਂ ਬਾਰੇ ਸ਼ਾਇਦ ਉਸ ਰੂਪ ਦੇ ਵਿੱਚ ਉਹਨਾਂ ਨੂੰ ਇਲਮ ਨਹੀਂ ਹੈ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਰਿਐਕਟ ਹੋ ਸਕਦਾ ਹੈ। ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ, ਹੁਣ ਸੁੱਚਾ ਸਿੰਘ ਛੋਟੇਪੁਰ ਪੰਜਾਬ ਦੇ ਕਨਵੀਨਰ ਹੈ ਆਮ ਆਦਮੀ ਪਾਰਟੀ ਦੇ, ਉਸ ਲਗਭਗ ਇਸੇ ਕਿਸਮ ਦੀ ਸਿਆਸਤ ਦੇ ਵਿੱਚੋਂ ਆਏ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਹੁੰਦੇ ਹੋਏ ਉਹਨਾਂ ਨੇ ਉਹ ਸਾਰੀ ਪੋਲੀਟਿਕਸ ਦੇਖੀ ਹੈ। ਫਿਰ ਬਾਕੀ ਲੋਕ ਵੀ ਜਿਹੜੇ ਪੰਜਾਬ ਦੇ ਆ, ਚਾਹੇ ਸੁਖਪਾਲ ਖਹਿਰਾ ਹੋਰੀ ਹੋਣ, ਚਾਹੇ ਭਗਵੰਤ ਮਾਨ ਹੋਵੇ, ਚਾਹੇ ਗੁਰਪ੍ਰੀਤ ਘੁੱਗੀ ਹੋਵੇ, ਇਹਨਾਂ ਨੂੰ ਜਿਹੜੀਆਂ ਇਸ ਤਰ੍ਹਾਂ ਦੀਆਂ ਜਿਹੜੀਆਂ ਸੰਵੇਦਨਸ਼ੀਲ ਜਿਹੜੀਆਂ ਚੀਜ਼ ਇਹਨਾਂ 'ਚ ਬਹੁਤ ਉਚੇਚ ਦੇਣਾ ਚਾਹੀਦਾ, ਧਿਆਨ ਰੱਖਣਾ ਚਾਹੀਦਾ। ਤੇ ਬਾਅਦ ਵਿੱਚ ਮੁਆਫੀਆ ਮੰਗੀ ਜਾਓ ਤੁਸੀਂ, ਮੁਆਫੀਆ ਮੰਗਣ ਦੇ ਨਾਲ ਗੱਲ ਨਹੀਂ ਬਣਦੀ। ਤੇ ਮੁਆਫੀਆ ਮੰਗਣ ਦਾ ਇੱਕ ਸਿਲਸਿਲਾ ਚੱਲ ਪਿਆ। ਹੁਣ ਪਹਿਲਾਂ ਗੁਰਪ੍ਰੀਤ ਘੁੱਗੀ ਤੇ ਭਗਵੰਤ ਮਾਨ ਨੇ ਵੀ ਜਿਸ ਤਰ੍ਹਾਂ ਅਧਿਆਪਕ ਵਰਗ ਬਾਰੇ ਟਿੱਪਣੀਆਂ ਕੀਤੀਆਂ, ਉਸ ਤੋਂ ਬਾਅਦ ਜਿੱਦਾਂ ਮੁਆਫੀਨਾਮੇ ਦਿੱਤੇ ਗਏ, ਹੁਣ ਇਸ ਮਸਲੇ ਦੇ ਉੱਤੇ ਵੀ ਸਾਰਾ ਕੁਝ ਜੋ ਦਿਖਾਈ ਦੇ ਰਿਹਾ। ਜਿਹੜੀਆਂ ਦੂਜੀਆਂ ਪਾਰਟੀਆਂ ਜਿਹੜੀਆਂ ਸੱਤਾ 'ਚ ਰਹੀਆਂ ਜਾਂ ਸੱਤਾ 'ਚ ਹੈਗੀਆਂ, ਉਹ ਘਾਗ ਕਿਸਮ ਦੇ ਆਗੂ ਨੇ, ਘਾਗ ਪਾਰਟੀਆਂ, ਉਹਨਾਂ ਨੂੰ ਪਤਾ ਹੈ ਕਿੱਥੋਂ ਕਿਹਨੂੰ ਫਸਾਉਣਾ, ਕਿਵੇਂ ਫਸਾਉਣਾ, ਕਿਵੇਂ ਆਪ ਫਸਿਆ ਹੋਏ ਨੇ ਨਿਕਲਣਾ, ਇਹ ਸਾਰਾ ਕੁਝ ਉਹਨਾਂ ਨੇ ਦੇਖਿਆ ਪਰਖਿਆ ਹੋਇਆ, ਉਹਨਾਂ ਨੂੰ ਪਤਾ ਹੈ। ਇਹ ਨਵੀਂ ਪਾਰਟੀ ਆਮ ਆਦਮੀ ਪਾਰਟੀ ਤੇ ਪੰਜਾਬ ਦੀ ਲੀਡਰਸ਼ਿਪ ਨੂੰ ਜਿਹੜੀ ਆਮ ਆਦਮੀ ਪਾਰਟੀ ਨੇ ਉਹਨੂੰ ਜ਼ਿਆਦਾ ਸੰਜੀਦਗੀ ਨਾਲ, ਬਹੁਤ ਜ਼ਿਆਦਾ ਸੰਜੀਦਗੀ ਦੇ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ। ਪੰਜਾਬ ਦੇ ਲੋਕ ਇੱਕ ਬਦਲ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਨੂੰ ਦੇਖ ਰਹੇ ਆ। ਮੈਂ ਇਹਦੇ ਨਾਲ ਸਹਿਮਤ ਹੋਵਾਂ ਨਾ ਹੋਵਾਂ, ਪਰ ਇਹ ਸੱਚ ਹੈ। ਇਹ ਸੱਚ ਹੈ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕ ਇੱਕ ਆਮ ਬਦਲ, ਜਿਹੜਾ ਲੋਕਾਂ ਦਾ ਬਦਲ, ਉਹਦੇ ਰੂਪ 'ਚ ਦੇਖ ਰਹੇ ਆ। ਤੇ ਜੇ ਪੰਜਾਬ ਦੇ ਲੋਕ ਇੱਕ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਦੇਖ ਰਹੇ ਆ ਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਵੀ ਆਮ ਜਿਹੜਾ ਪੰਜਾਬੀ ਬੰਦਾ ਹੈ ਉਹਦੀਆਂ ਉਮੀਦਾਂ ਤੇ ਖਰਾ ਉਤਰਨ ਵਾਸਤੇ ਆਪਣੀ ਜਿਹੜੀ ਵਿਹਾਰ ਹੈ ਉਹਦੇ ਵਿੱਚ ਪਾਕੀਜ਼ਗੀ ਵੀ ਲਿਆਉਣੀ ਪਏਗੀ, ਸੁਹਿਰਦਤਾ ਵੀ ਲਿਆਉਣੀ ਪਏਗੀ ਤੇ ਇੱਕ ਪਰਪੱਕਤਾ ਵੀ ਲਿਆਉਣੀ ਪਏਗੀ। ਇਸ ਗੱਲ ਨੂੰ ਧਿਆਨ 'ਚ ਰੱਖਣਾ ਬਹੁਤ ਜ਼ਰੂਰੀ ਹੈ। ਜੀ ਇਸੇ ਦੇ ਉੱਤੇ ਜੇ ਆਪਾਂ ਹੋਰ ਥੋੜ੍ਹੀ ਅੱਗੇ ਗੱਲ ਕਰੀਏ, ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਨੂੰ ਪਹਿਲਾਂ ਵੀ ਬਹੁਤ ਸਾਰੇ ਚੋਣ ਮਨੋਰਥ ਪੱਤਰ ਦੇਖਣ ਨੂੰ ਮਿਲੇ, ਬਹੁਤ ਸਾਰੇ ਵਾਅਦੇ ਦਾਅਵੇ ਜਿਹੜੇ ਆ ਉਹ ਦੇਖਣ ਨੂੰ ਮਿਲੇ। ਇਹਨਾਂ ਨੇ ਵੀ ਬਹੁਤ ਕੁਛ ਇਸ ਦੇ ਵਿੱਚ ਵਾਅਦੇ ਕੀਤੇ ਆ। ਕੀ ਜਿਹੜੇ ਲੋਕ ਆ ਇਸ ਚੀਜ਼ ਨੂੰ ਮੰਨਣਗੇ ਵੀ ਇਹ ਚੀਜ਼ਾਂ ਹੋ ਸਕਦੀਆਂ? ਅਤੇ ਤੁਹਾਡੇ ਹਿਸਾਬ ਦੇ ਨਾਲ ਜਿਹੜੀਆਂ ਚੀਜ਼ਾਂ ਇਹਨਾਂ ਨੇ ਦਾਅਵੇ ਵਾਅਦੇ ਕੀਤੇ ਆ, ਕੀ ਉਹ ਪੂਰੇ ਹੋਣ ਲਾਇਕ ਹੈਗੇ ਨੇ ਜਾਂ ਪੂਰੇ ਹੋ ਸਕਣਗੇ? ਦੇਖੋ, ਗੱਲ ਇਹ ਹੈ, 51 ਨੁਕਾਤੀ ਇੱਕ ਯੂਥ ਮੈਨੀਫੈਸਟੋ ਪੇਸ਼ ਕੀਤਾ ਹੈ ਆਮ ਆਦਮੀ ਪਾਰਟੀ ਨੇ। ਇਹਦੇ ਤੇ ਬਹੁਤ ਸਾਰੀਆਂ ਗੱਲਾਂ ਸਾਡੇ ਮਿੱਤਰ ਪਹਿਲਾਂ ਵੀ ਕਰ ਚੁੱਕੇ ਹੋਣਗੇ ਤੇ ਮੈਂ ਇਹਦੇ 'ਚ ਬਹੁਤ ਲੰਬੀ ਗੱਲ ਨਹੀਂ ਕਰਦਾ, ਕਿਉਂਕਿ ਜੇ 51 ਨੁਕਤਿਆਂ ਦੇ ਉੱਤੇ ਗੱਲ ਕਰਨੀ ਹੋਵੇ ਬੜਾ ਲੰਬਾ ਸਮਾਂ ਚਾਹੀਦਾ। ਅਸੀਂ ਉਹ ਇਕੱਲੇ ਤੇ ਗੱਲ ਕਰ ਸਕਦੇ ਹਾਂ, ਪਰ ਓਵਰਆਲ ਜਦੋਂ ਆਪਾਂ ਗੱਲ ਕਰਾਂਗੇ ਤੇ ਇੱਕ ਦੋ ਨੁਕਤੇ ਮੈਂ ਇਹਦੇ 'ਚ ਉਭਾਰਨੇ ਚਾਹੁੰਦਾ। ਨੰਬਰ ਇੱਕ ਤਾਂ ਇਹ ਹੈ ਕਿ ਦੇਸ਼ ਵਿੱਚ ਇਸ ਵੇਲੇ ਤੁਸੀਂ ਚਾਹੇ ਕੋਈ ਵੀ ਖੇਤਰੀ ਪਾਰਟੀ ਦੇਖ ਲਓ, ਚਾਹੇ ਜੈਲਲਿਤਾ ਹੁਣ ਫਿਰ ਜਿੱਤੀ ਹੈ ਤਾਮਿਲਨਾਡੂ ਦੇ ਵਿੱਚ, ਉਹਦਾ ਮੈਨੀਫੈਸਟੋ ਦੇਖ ਲਓ, ਜਾਂ ਅੱਜ ਤੋਂ 4-4.5 ਸਾਲ ਪਹਿਲਾਂ ਅਖਿਲੇਸ਼ ਯਾਦਵ ਉੱਤਰ ਪ੍ਰਦੇਸ਼ 'ਚ ਜਦੋਂ ਆਏ ਸੀ, ਮੁਲਾਇਮ ਸਿੰਘ ਯਾਦਵ ਜਦੋਂ ਚੋਣ ਮੈਦਾਨ 'ਚ ਆਏ ਤੇ ਉਹਨਾਂ ਨੇ ਜਿਹੜਾ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ ਉਹ ਦੇਖ ਲਓ, ਜਾਂ ਕਿਸੇ ਵੀ ਸੂਬੇ 'ਚ, ਜਾਂ ਮਮਤਾ ਬੈਨਰਜੀ ਦਾ ਦੇਖ ਲਓ, ਜਾਂ ਦੇਸ਼ ਦੀ ਇਸ ਵੇਲੇ ਜਿਹੜੀ ਸਰਕਾਰ ਹੈ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਜਿਹੜੀ ਸਰਕਾਰ ਕੰਮ ਕਰ ਰਹੀ ਹੈ, ਭਾਰਤੀ ਜਨਤਾ ਪਾਰਟੀ ਦੀ, ਉਹਨਾਂ ਦਾ ਮੈਨੀਫੈਸਟੋ ਉਹਨੂੰ ਵਿਚਾਰ ਲਓ, ਤੁਹਾਨੂੰ ਇੱਕ ਲਫ਼ਜ਼ ਜ਼ਰੂਰ ਉਹਦੇ 'ਚ ਲੱਭੇਗਾ, ਚਾਹੇ ਉਹ ਸੂਬਿਆਂ ਦੇ ਵਿੱਚ ਵੱਖ-ਵੱਖ ਖੇਤਰੀ ਪਾਰਟੀਆਂ ਦੇ ਚੋਣ ਮੈਨੀਫੈਸਟੋ ਹੈ, ਵਿੱਚ ਸ਼੍ਰੋਮਣੀ ਅਕਾਲੀ ਦਲ BJP ਦਾ ਸਾਂਝਾ ਚੋਣ ਮੈਨੀਫੈਸਟੋ ਵੀ ਪਿਛਲਾ ਵਿਚਾਰਿਆ ਜਾ ਸਕਦਾ। ਇਹਨਾਂ ਸਾਰੇ ਜਿਹੜੇ ਚੋਣ ਮੈਨੀਫੈਸਟੋ ਉਹਨਾਂ 'ਚ ਇੱਕ ਲਫ਼ਜ਼ ਤੁਹਾਨੂੰ ਜ਼ਰੂਰ ਦਿਖਾਈ ਦੇਗਾ, ਉਹ ਲਫ਼ਜ਼ ਹੈ ਮੁਫਤ। ਮੁਫਤ ਤੇ ਸਾਨੂੰ ਇਹ ਉਮੀਦ ਸੀ ਕਿ ਇਹ ਜਿਹੜਾ ਮੁਫਤ ਕਿਸਮ ਦਾ ਕਲਚਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਸ਼ ਦੇ ਵਿੱਚ, ਕਰ ਦਿੱਤਾ ਗਿਆ, ਕੋਸ਼ਿਸ਼ ਕੀ ਕਰ ਦਿੱਤਾ ਗਿਆ, ਲੋਕਾਂ ਨੂੰ ਮੁਫਤ ਖੋਰੇ ਬਣਾਇਆ ਜਾ ਰਿਹਾ ਵੀ ਇਹਦੇ ਤੋਂ ਆਮ ਆਦਮੀ ਪਾਰਟੀ ਗੁਰੇਜ਼ ਕਰੇਗੀ। ਪਰ ਥੋੜਾ ਦੁੱਖ ਹੋਇਆ, ਤਕਲੀਫ ਹੋਈ ਕਿ ਆਮ ਆਦਮੀ ਪਾਰਟੀ ਨੇ ਵੀ ਆਪਣੇ ਯੂਥ ਮੈਨੀਫੈਸਟੋ ਦੇ ਵਿੱਚ ਮੁਫਤ ਲਫ਼ਜ਼ ਜਿਹੜਾ ਹੈ ਉਸੇ ਰੂਪ ਦੇ ਵਿੱਚ ਰੱਖਿਆ। ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਮੁਫਤ ਲੈਪਟਾਪ, ਮੁਫਤ ਹੋਰ ਬਹੁਤ ਸਾਰੀਆਂ ਸਹੂਲਤਾਂ, ਫਿਰ ਮੁਫਤ ਵਾਈਫਾਈ ਪਿੰਡਾਂ ਦੇ ਵਿੱਚ। ਮੈਂ ਇਹ ਕਹਿਣਾ ਇਹ ਚਾਹੁੰਦਾ ਵੀ ਮੁਫਤ ਕਲਚਰ ਜਿਹੜਾ ਆ ਹਿੰਦੁਸਤਾਨ ਦਾ ਬੇੜਾ ਡੋਬਣ ਵਾਲਾ ਹੈ। ਲੋਕਾਂ ਨੂੰ ਮੁਫਤ ਪੂਰੇ ਬਣਾ ਦਿਓ, ਲੋਕਾਂ ਨੂੰ ਤਰਸ ਦੇ ਪਾਤਰ ਬਣਾ ਦਿਓ, ਲੋਕਾਂ ਨੂੰ ਭਿਖਾਰੀ ਬਣਾ ਦਿਓ। ਲੋਕ ਹੱਥ ਜੋੜ ਕੇ ਤੁਹਾਡੇ ਸਾਹਮਣੇ ਖੜੇ ਰਹਿਣ, ਹਾਕਮਾਂ ਦੇ ਸਾਹਮਣੇ। ਉਹ ਰਾਜਾ ਮਹਾਰਾਜਾਵਾਂ ਰਵਾਇਤੀ ਕਿਸਮ ਦਾ ਜਿਹੜਾ ਇੱਕ ਸਾਡੇ ਬਹੁਤ ਵੱਡਾ ਕਹਿ ਲਓ ਵੀ ਸਾਡਾ ਇੱਕ ਇਤਿਹਾਸ ਹੈ, ਉਹੀ ਜਿਹੜਾ ਆ ਸਾਡੇ ਅੱਜ ਦੇ ਆਧੁਨਿਕ ਜਿਹੜੇ ਰਾਜੇ ਹੈ ਉਹ ਬਣਾ ਕੇ ਰੱਖਣਾ ਚਾਹੁੰਦੇ ਆ।
ਵੀ ਲੋਕ ਤਰਸ ਦੇ ਪਾਤਰ ਬਣੇ ਰਹਿਣ, ਭਿਖਾਰੀ ਬਣੇ ਰਹਿਣ, ਡਿਪੈਂਡੈਂਟ ਰਹਿਣ। ਲੋਕਾਂ ਨੂੰ ਉਹਨਾਂ ਦੇ ਪੈਰਾਂ ਤੇ ਨਾ ਖੜਾ ਹੋਣ ਦਿਓ। ਜਿੱਦਣ ਲੋਕ ਪੈਰਾਂ ਤੇ ਖੜੇ ਹੋ ਗਏ ਤੇ ਉਹ ਬਾਹਾਂ ਵੀ ਉਲਾਰਨਗੇ। ਲੋਕ ਗੋਡਿਆਂ ਭਾਰੀ ਰਹਿਣ, ਲੋਕ ਰਿੜਦੇ ਹੀ ਰਹਿਣ। ਇਹੀ ਲਗਭਗ ਯੂਥ ਮੈਨੀਫੈਸਟੋ ਦੇ ਵਿੱਚ ਦਿਖਾਈ ਦੇ ਰਿਹਾ। ਲੋੜ ਇਸ ਗੱਲ ਦੀ ਹੈ ਕਿ ਜਿਹੜਾ ਨੌਜਵਾਨ ਹੈ, ਪੰਜਾਬ ਦਾ ਨੌਜਵਾਨ ਜਾਂ ਦੇਸ਼ ਦਾ ਨੌਜਵਾਨ, ਉਹਨੂੰ ਏਦਾਂ ਪੈਰਾਂ ਸਿਰ ਖੜਾ ਕਰੋ ਕਿ ਉਹਨੂੰ ਮੁਫਤ ਦੀ ਜ਼ਰੂਰਤ ਹੀ ਨਾ ਲਵੇ। ਉਹ ਪੈਸਾ ਦੇ ਕੇ ਲਵੇ, ਪਰ ਉਹ ਪੈਸਾ ਕਮਾਉਣ ਜੋਗਾ ਉਹਨੂੰ ਕੀਤਾ ਜਾਏ। ਜੀ, ਜਦੋਂ ਉਹ ਸਕੂਲ ਜਾਂ ਕਾਲਜ ਚੋਂ ਆਪਣੀ ਪੜ੍ਹਾਈ ਖਤਮ ਕਰਕੇ ਬਾਹਰ ਆਵੇ, ਡਿਗਰੀ ਉਹਦੇ ਹੱਥ 'ਚ ਹੋਵੇ, ਤਾਂ ਨੌਕਰੀ ਉਹਦੀ ਉਡੀਕ ਕਰਦੀ ਹੋਵੇ। ਉਹਨੂੰ ਨੌਕਰੀ ਲਈ ਦਰ ਭਟਕਣਾ ਨਾ ਪਵੇ, ਉਹਨੂੰ ਪੁਲਿਸ ਦੀਆਂ ਡਾਂਗਾਂ ਨਾ ਖਾਣੀਆਂ ਪੈਣ। 1000 ਆਰਮੀ ਦੀ ਭਰਤੀ ਹੁੰਦੀ ਆ, 1000 ਅਸਾਮੀ ਲਈ ਕਾਂਸਟੇਬਲ ਭਰਨਾ ਹੁੰਦਾ, ਸਿਪਾਹੀ, ਆਮ ਫੌਜੀ, ਤੇ 1 ਲੱਖ ਦੀ ਭੀੜ ਨੌਜਵਾਨਾਂ ਦੀ ਜਮ੍ਹਾਂ ਹੋ ਜਾਂਦੀ ਹੈ ਜੀ। ਤੇ ਫਿਰ ਡਾਂਸ ਛੋਟਾ ਵੱਖਰਾ ਵਰਦਾ ਉੱਥੇ। ਹੁਣ ਬਾਦਲਾਂ ਨੇ ਕੀ ਕੀਤਾ, ਸਰਕਾਰੀ ਨੌਕਰੀਆਂ ਦੇਣ ਦੇ ਬਹਾਨੇ ਦੇ ਨਾਲ ਲੋਕਾਂ ਤੋਂ ਪੁਲਿਸ 'ਚ ਭਰਤੀਆਂ ਕਰਨੀਆਂ ਜੀ, ਫਲਾਨੇ ਮਹਿਕਮੇ 'ਚ ਭਰਤੀਆਂ ਕਰਨੀਆਂ। ਇਹਨਾਂ ਨੇ ਉਹ ਫਾਰਮ ਭਰਾ ਲਏ ਆ ਤੇ 400-400 ਰੁਪਏ ਫੀਸ ਹੈ। ਅਰਬਾਂ ਰੁਪਏ ਤਾਂ ਏਦਾਂ ਇਕੱਠੇ ਕਰ ਲਏ ਆ ਜੀ, ਉਹ ਜਿਹੜੇ ਚੋਣਾਂ 'ਚ ਵਰਤੇ ਜਾਣੇ ਆ। ਤੇ ਨੌਕਰੀ ਕਿਸੇ ਨੂੰ ਦੇਣੀ ਕੋਈ ਨਹੀਂ, ਨੌਕਰੀ ਦਾ ਪ੍ਰਬੰਧ ਕੋਈ ਨਹੀਂ। ਲੋਕਾਂ ਨੂੰ ਮੂਰਖ ਬਣਾਉਣ ਦੀ ਸਿਆਸਤ ਕਰੀ ਜਾਓ ਤੇ ਲੋਕਾਂ ਨੂੰ ਤਰਸ ਦੇ ਪਾਤਰ ਬਣਾ ਕੇ ਰੱਖੋ। ਆਮ ਆਦਮੀ ਪਾਰਟੀ ਦੇ ਯੂਥ ਮੈਨੀਫੈਸਟੋ ਦੇ ਵਿੱਚ ਵੀ ਮੁਫਤ ਵਾਈਫਾਈ, ਹੁਣ ਮੁਫਤ ਵਾਈਫਾਈ ਮੈਨੂੰ ਦੱਸੋ, ਜਿਹੜਾ ਦਿੱਲੀ 'ਚ ਕਹਿੰਦੇ ਮੁਫਤ ਵਾਈਫਾਈ ਕਰਦਾ ਸੀ, ਪਿੰਡਾਂ 'ਚ, ਪੰਜਾਬ ਦੇ ਪਿੰਡਾਂ 'ਚ ਕਰ ਦੇਣਾ। ਸ਼ਹਿਰਾਂ ਦੇ ਨਾਲੋਂ ਵੀ ਜ਼ਿਆਦਾ ਪਿੰਡਾਂ 'ਚ ਅੱਜ ਕੱਲ੍ਹ ਫੇਸਬੁੱਕ ਤੇ ਵਟਸਐਪ ਜਿਹੜੇ ਆ ਸਾਡੇ ਯੂਥ ਜਿਹੜਾ ਉਹ ਯੂਜ਼ ਕਰ ਰਿਹਾ, ਸਾਡੇ ਨੌਜਵਾਨ ਮੁੰਡੇ ਕੁੜੀਆਂ। ਤੇ ਫਿਰ ਇੰਨੀ ਮਿਸਯੂਜ਼ ਹੋ ਰਹੀ ਹੈ ਫੇਸਬੁੱਕ ਦੀ ਜਾਂ ਵਟਸਐਪ ਦੀ, ਮੈਂ ਦੱਸ ਨਹੀਂ ਸਕਦਾ ਤੁਹਾਨੂੰ। ਇੰਨੀ ਜ਼ਿਆਦਾ ਮਿਸਯੂਜ਼ ਹੋ ਰਹੀ ਹੈ। ਉਹਨਾਂ ਨੂੰ ਮੁਫਤ ਵਾਈਫਾਈ ਦੇ ਦਿਓ, ਉਹਨਾਂ ਨੂੰ ਕੰਮ ਕਿਤੇ ਨਾ ਲਾਓ ਕਿਤੇ। ਉਹ ਫੋਨ ਹੱਥ 'ਚ ਫੜ ਕੇ ਬਸ ਮੁਫਤ ਵਾਈਫਾਈ ਦਾ ਜਿਹੜਾ ਲੁਤਫ ਲਈ ਜਾਣ ਤੇ ਬਸ ਉਹ ਆਪਣੀ ਖੇਡਾਂ ਖੇਡੀ ਜਾਣ ਫੇਸਬੁੱਕ ਦੇ ਉੱਤੇ ਤੇ ਵਟਸਐਪ ਦੇ ਉੱਤੇ। ਭਰਮ ਜਾਲ ਇੱਕ ਲਫ਼ਜ਼ ਹੈ ਇੱਥੇ, ਡਾਕਟਰ ਮਨਮੋਹਨ ਸਾਡੇ ਭਾਰਤੀ ਸਾਹਿਤ ਅਕੈਡਮੀ ਅਵਾਰਡੀ ਹੈਗੇ ਲੇਖਕ, ਬਹੁਤ ਵੱਡੇ ਅਫਸਰ ਨੇ ਭਾਰਤੀ ਇੰਟੈਲੀਜੈਂਸ ਦੇ ਵਿੱਚ, ਚੰਡੀਗੜ੍ਹ 'ਚ ਹੀ ਉਹ ਨਿਯੁਕਤ ਨੇ। ਉਹਨਾਂ ਨੇ ਪਿਛਲੇ ਦਿਨਾਂ 'ਚ ਇੱਕ ਆਰਟੀਕਲ ਲਿਖਿਆ ਟ੍ਰਿਬਿਊਨ ਦੇ ਵਿੱਚ, ਇਹ ਜਿਹੜਾ ਕੰਪਿਊਟਰ ਦਾ ਆਭਾਸੀ ਸੰਸਾਰ ਹੈ, ਭਰਮ ਜਾਲ ਜਿਹੜਾ ਫੈਲਾਉਂਦਾ ਨਾ ਵਟਸਐਪ ਜਾਂ ਫੇਸਬੁੱਕ ਰਾਹੀਂ, ਇੱਕ ਨਕਲੀ ਸੰਸਾਰ ਸਿਰਜਦਾ, ਉਹਦਾ ਲਫ਼ਜ਼ ਉਹਨੇ ਵਰਤਿਆ ਆਭਾਸੀ। ਇਹ ਆਭਾਸੀ ਸੰਸਾਰ ਦੇ ਵਿੱਚ ਲੋਕਾਂ ਨੂੰ ਫਸਾ ਕੇ ਰੱਖੋ, ਲੋਕ ਮੁਫਤ ਵਾਈਫਾਈ ਦੇ ਨਜ਼ਾਰੇ ਲੈਣ ਤੇ ਫਿਰ ਕਮਾ ਕੀਤਾ। ਤਾਂ ਉਹਨੂੰ ਜਿਹੜੀ ਇਹ ਵੀ ਇੱਕ ਡਰੱਗ ਹੈ। ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਿਹੜਾ ਡਰੱਗ ਹੈ ਇਹ ਵੀ ਇੱਕ ਡਰੱਗ ਹੈ, ਇਲੈਕਟ੍ਰੋਨਿਕ ਡਰੱਗ ਇਹਨੂੰ ਤੁਸੀਂ ਕਹਿ ਸਕਦੇ ਹੋ। ਇਹਦੇ ਤੋਂ ਬਚਾਉਣ ਦੀ ਜ਼ਰੂਰਤ ਸੀ, ਨਾ ਕਿ ਨੌਜਵਾਨਾਂ ਨੂੰ ਇਹਦੇ 'ਚ ਫਸਾਉਣ ਦੀ ਜ਼ਰੂਰਤ ਸੀ। ਬਾਕੀ ਇਕੱਲੇ ਨੁਕਤੇ ਤੇ ਵੱਖਰੀ ਗੱਲ ਬਹੁਤ ਸਾਰੇ ਦੋਸਤ ਕਰ ਚੁੱਕੇ ਆ, ਮੈਂ ਨਹੀਂ ਉਹਦੇ ਤੇ ਵਾਧੂ ਗੱਲ ਨਹੀਂ ਕਰਦਾ। 25 ਲੱਖ ਨੌਕਰੀਆਂ ਕਹਿੰਦੇ ਦੇਣੀਆਂ, ਨੌਕਰੀਆਂ ਪੈਦਾ ਕਿੱਥੋਂ ਕਰਨੀਆਂ? ਜੀ, ਉਹ ਨੌਕਰੀਆਂ ਕਿੱਥੋਂ ਪੈਦਾ ਹੋਣਗੀਆਂ? ਰੁਜ਼ਗਾਰ ਦੇ ਵਸੀਲੇ ਕੀ ਹੋਣਗੇ? ਨਵੇਂ ਤੁਸੀਂ ਸੋਰਸਿਸ ਕੀ ਜਿਹੜੇ ਅਰੇਂਜ ਕਰੋਗੇ? ਇਹਦੇ ਬਾਰੇ ਕੋਈ ਕਿਸੇ ਕਿਸਮ ਦਾ ਨਕਸ਼ਾ ਨਹੀਂ ਹੈ। ਸੋ ਲੋਕਾਂ ਨੂੰ ਇੱਕ ਅਸਲੀਅਤ ਦੇ ਵਿੱਚ, ਅਮਲੀ ਜੀਵਨ ਦੇ ਵਿੱਚ ਉਹਨਾਂ ਨੂੰ ਪੈਰਾਂ ਸਿਰ ਖੜੇ ਕਰਨ ਦੀ ਜੇ ਰਾਜਨੀਤੀ ਆਮ ਆਦਮੀ ਪਾਰਟੀ ਕਰਦੀ ਤਾਂ ਸ਼ਾਇਦ ਇਹਨਾਂ ਨੂੰ ਵੱਖਰੀ ਰਾਜਨੀਤੀ ਦੇ ਤੌਰ ਤੇ ਅਸੀਂ ਉਹਨੂੰ ਵਿਚਾਰਦੇ। ਜੀ। ਤੇ ਅੱਗੇ ਜੇ ਆਪਾਂ ਗੱਲ ਕਰੀਏ ਵੀ ਅਕਾਲੀ ਦਲ ਅਤੇ ਪ੍ਰਗਟ ਸਿੰਘ, ਉਹਨਾਂ ਦਾ ਰੇੜਕਾ ਅਜੇ ਵੀ ਜਾਰੀ। ਲੰਬੀ ਗੱਲ ਨਹੀਂ ਕਰਦਾ ਇਹਦੇ ਤੇ, ਪਰ ਮਸਲਾ ਇਹ ਆ ਵੀ ਜਦੋਂ ਪਾਰਲੀਮੈਂਟ ਸੈਕਟਰੀ ਬਣਾਉਣ ਦਾ ਐਲਾਨ ਕੀਤਾ ਗਿਆ ਸੀ ਚੀਫ ਪਾਰਲੀਮੈਂਟ ਸੈਕਟਰੀ ਪ੍ਰਗਟ ਸਿੰਘ ਨੂੰ, ਉਹਨਾਂ ਨੇ ਐਲਾਨ ਕਰਤਾ ਕਿ ਮੈਂ ਇਹ ਨਹੀਂ ਚੀਫ ਪਾਰਲੀਮੈਂਟ ਸੈਕਟਰੀ ਬਣਨਾ। ਕਾਰਨ ਉਹਨਾਂ ਦਾ ਇਹ ਕਿ ਜਮਸ਼ੇਦ 'ਚ ਇੱਕ ਜਿਹੜਾ ਕੂੜਾ ਪਲਾਂਟ ਲੱਗ ਰਿਹਾ ਉਹਦਾ ਉਹ ਵਿਰੋਧ ਕਰ ਰਿਹਾ। ਜਮਸ਼ੇਦ ਜਿਹੜਾ ਹੁਣ ਇੱਕ ਕਿਸਮ ਦਾ ਜਲੰਧਰ ਸ਼ਹਿਰ ਦਾ ਹਿੱਸਾ ਹੀ ਹੈ ਤੇ ਉਹਦੇ ਨਾਲ ਜਿਸ ਕਿਸਮ ਦੀਆਂ ਮੁਸ਼ਕਿਲਾਂ ਪੈਦਾ ਹੋਣੀਆਂ ਉਹਦਾ ਵਿਰੋਧ ਹੈ ਤੇ ਉਹ ਵਿਰੋਧ ਦਰਕਿਨਾਰ ਕਰ ਦਿੱਤਾ ਗਿਆ ਸਰਕਾਰ ਵੱਲੋਂ। ਕਿਹਾ ਭਾਵੇਂ ਇਹ ਗਿਆ ਨਹੀਂ, ਜਿਹੜਾ ਪ੍ਰਗਟ ਸਿੰਘ ਦੇ ਇਤਰਾਜ਼ ਹੈ ਅਸੀਂ ਉਹਨੂੰ ਦੇਖਦੇ ਹਾਂ, ਠੀਕ ਕਰਾਂਗੇ। ਪਰ ਪ੍ਰਗਟ ਸਿੰਘ ਉਹਦੀ ਲਗਾਤਾਰ ਪਿਛਲੇ ਜਦੋਂ ਤੋਂ ਉਹਨਾਂ ਨੇ ਚੀਫ ਪਾਰਲੀਮੈਂਟ ਸੈਕਟਰੀ ਦਾ ਉਹਦਾ ਸੰਭਾਲਣ ਤੋਂ ਇਨਕਾਰ ਕੀਤਾ, ਉਸ ਤੋਂ ਬਾਅਦ ਉਹਨਾਂ ਨੇ ਇਹ ਗੱਲ ਮੰਨੀ ਹੈ। ਕੱਲ ਕਹਿੰਦਾ ਮੇਰਾ ਕੋਈ ਡਾਇਲੋਗ ਬਾਦਲ ਸਾਹਿਬ ਜਾਂ ਸੁਖਬੀਰ ਬਾਦਲ ਨਾਲ ਨਹੀਂ ਹੈ। ਉਸ ਤੋਂ ਬਾਅਦ ਤੇ ਜਿੰਨੇ ਵੀ ਜਲੰਧਰ ਦੇ ਵਿੱਚ ਜਾਂ ਜਲੰਧਰ ਹਲਕੇ ਦੇ ਵਿੱਚ ਜਾਂ ਛਾਉਣੀ ਹਲਕਾ ਉਹਨਾਂ ਦਾ, ਉਸ ਹਲਕੇ ਜਿੰਨੇ ਵੀ ਕੋਈ ਪ੍ਰੋਗਰਾਮ ਹੋਏ ਨੇ ਜਿੱਥੇ ਵੱਡੇ ਬਾਦਲ ਸਾਹਿਬ ਵੀ ਆਏ ਨੇ, ਛੋਟੇ ਬਾਦਲ ਸਾਹਿਬ ਵੀ ਆਏ ਨੇ, 2 ਦਿਨ ਰਹਿ ਕੇ ਵੀ ਗਏ, ਪ੍ਰਗਟ ਸਿੰਘ ਉਹਨਾਂ ਦੇ ਦਰਬਾਰ 'ਚ ਉਹਨਾਂ ਨੇ ਹਾਜ਼ਰੀ ਨਹੀਂ ਭਰੀ। ਇਸ ਤੋਂ ਲੱਗ ਇਹ ਰਿਹਾ ਕਿ ਦੂਜੀ ਗੱਲ ਇਹ ਹੈ ਕਿ ਪ੍ਰਗਟ ਸਿੰਘ ਆਪਣੇ ਹਲਕੇ ਦੇ ਵਿੱਚ ਬਹੁਤ ਜ਼ਿਆਦਾ
ਐਕਟਿਵ ਨੇ, ਉਹ ਲੋਕਾਂ ਨੂੰ ਮਿਲ ਰਹੇ ਨੇ, ਬਹੁਤ ਸਾਰੇ ਪ੍ਰੋਗਰਾਮਾਂ 'ਚ ਜਾਂਦੇ ਨੇ, ਸਪੋਰਟਸ ਦੇ ਪ੍ਰੋਗਰਾਮਾਂ 'ਚ ਜਾਂਦੇ ਨੇ, ਤੇ ਉਹ ਕੋਈ ਸਰਗਰਮ ਜਿਹੜੀ ਪੋਲੀਟਿਕਸ ਉਹਨੂੰ ਛੱਡਣ ਜਾ ਰਹੇ ਨੇ, ਇਹਦੀ ਨਹੀਂ ਗੱਲ, ਉਹ ਤਾਂ ਸਗੋਂ ਹੋਰ ਐਕਟਿਵ ਹੋ ਗਏ ਨੇ। ਸੋ ਐਤਕਾ ਇਹ ਪੋਸੀਬਿਲਿਟੀ ਲੱਗਦੀ ਹੈ ਕਿ ਪਹਿਲੀ ਗੱਲ ਤਾਂ ਮੈਂ ਇਹ ਨਹੀਂ ਕਹਿੰਦਾ ਕਿ ਪ੍ਰਗਟ ਸਿੰਘ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਿਤੇ ਜਾ ਰਹੇ ਆ। ਇੱਕ ਸੰਭਾਵਨਾ ਇਹ ਵੀ ਬਣੀ ਸੀ, ਆਮ ਆਦਮੀ ਪਾਰਟੀ ਵੱਲ ਜਾਣ ਦੀ ਗੱਲ ਚੱਲੀ ਸੀ, ਪਰ ਉਹ ਬਾਅਦ ਵਿੱਚ ਠੱਪ ਹੋ ਗਈ। ਤੇ ਫਿਰ ਸੁਰਿੰਦਰ ਸੋਢੀ ਹੋਰੀ ਜਦੋਂ ਆਮ ਆਦਮੀ ਪਾਰਟੀ 'ਚ ਗਏ ਨੇ, ਉਦੋਂ ਏਦਾਂ ਦੀ ਗੱਲ ਚੱਲ ਪਈ ਕਿ ਸੁਰਿੰਦਰ ਸੋਢੀ ਨੂੰ ਆਮ ਆਦਮੀ ਪਾਰਟੀ ਖੜਾ ਕਰੇਗੀ ਛਾਉਣੀ ਤੋਂ। ਤੇ ਫਿਰ ਪ੍ਰਗਟ ਸਿੰਘ ਵਾਸਤੇ ਮੁਸ਼ਕਿਲ ਇਹ ਹੈ ਕਿ ਖੁਦ ਪ੍ਰਗਟ ਸਿੰਘ ਵੀ ਹਾਕੀ ਦੇ ਬਹੁਤ ਹੀ ਗ੍ਰੇਟ ਓਲੰਪੀਅਨ ਰਹੇ ਨੇ, ਗ੍ਰੇਟ ਹਾਕੀ ਖਿਡਾਰੀ ਰਹੇ ਨੇ, ਸੁਰਿੰਦਰ ਸਿੰਘ ਸੋਢੀ ਵੀ। ਤੇ ਦੋਨਾਂ ਦਾ ਮੁਕਾਬਲਾ ਜੇ ਉੱਥੇ ਕਰਵਾ ਦਿੱਤਾ ਰਾਜਨੀਤੀ ਨੇ, ਦੋ ਸਪੋਰਟਸਮੈਨਾਂ ਨੂੰ ਪੜ੍ਹਾਤਾ ਆਪੋ ਵਿੱਚ ਹੀ, ਤਾਂ ਸ਼ਾਇਦ ਉਹਨਾਂ ਲਈ ਹੋਰ ਮੁਸ਼ਕਿਲ ਹੋ ਜਾਏ। ਸ਼ਾਇਦ ਇਸ ਗੱਲ ਨੂੰ ਵੀ ਧਿਆਨ 'ਚ ਰੱਖਦੇ ਹੋਣ। ਸੋ ਦੋ ਤਿੰਨ ਗੱਲਾਂ ਇਹਦੇ 'ਚ ਇਹ ਆ। ਨੰਬਰ ਇੱਕ ਤਾਂ ਪ੍ਰਗਟ ਸਿੰਘ ਦੀ ਥਾਂ ਦੇ ਕਿਸੇ ਹੋਰ ਕੈਂਡੀਡੇਟ ਨੂੰ ਸ਼੍ਰੋਮਣੀ ਅਕਾਲੀ ਦਲ ਉਤਾਰ ਸਕਦਾ ਹੈ, ਇਸ ਗੱਲ ਦਾ ਇਲਮ ਹੈ। ਪ੍ਰਗਟ ਸਿੰਘ ਖੁਦ ਵੀ ਨਹੀਂ ਏਦਾਂ ਲੜਨਾ ਚਾਹੁੰਗੇ ਕਿ ਆਪਣੇ ਹੀ ਸਾਥੀ ਖਿਡਾਰੀ ਦੇ ਖਿਲਾਫ ਉਹ ਚੋਣ ਲੜਨ। ਸੋ ਪ੍ਰਗਟ ਸਿੰਘ ਹੋਰਾਂ ਦਾ ਰਾਜਨੀਤਿਕ ਫਿਊਚਰ ਕੀ ਹੋਏਗਾ, ਇਹਦੇ ਬਾਰੇ ਦਾਅਵੇ ਨਾਲ ਹਾਲ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ, ਪਰ ਨਾਰਾਜ਼ਗੀ ਉਹਨਾਂ ਦੀ ਬਾਦਲਾਂ ਦੇ ਨਾਲ ਪ੍ਰਤੱਖ ਹੈ, ਉਹ ਹੁਣ ਕੋਈ ਲੁਕੀ ਛਿਪੀ ਚੀਜ਼ ਨਹੀਂ ਹੈ। ਜੀ 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 ਅਤੇ ਅਗਲੀ ਆਪਾਂ ਸੁਸ਼ੀਲ ਜੀ ਗੱਲ ਕਰਦੇ ਹਾਂ ਮੋਦੀ ਮੰਤਰੀ ਮੰਡਲ ਦੇ ਵਿੱਚ 19 ਨਵੇਂ ਚਿਹਰੇ। ਦੇਖੋ, ਕਾਨੂੰਨ ਦੇ ਮੁਤਾਬਕ ਹਾਲੇ ਹੋਰ ਮੰਤਰੀ ਵੀ ਬਣਾਏ ਜਾ ਸਕਦੇ, 65 ਦੇ ਕਰੀਬ ਮੰਤਰੀ ਉਹਨਾਂ ਦੀ ਵਜ਼ਾਰਤ ਵਿੱਚ ਹੋ ਸਕਦੇ ਆ ਜੀ। 5 ਮੰਤਰੀ ਉਹਨਾਂ ਨੂੰ ਵਾਪਸ ਘਰਾਂ ਨੂੰ ਭੇਜ ਦਿੱਤਾ ਹੈ ਤੇ 19 ਨਵੇਂ ਚਿਹਰੇ ਹੈ। ਜਿੱਦਾਂ ਦਿਖਾਈ ਦੇ ਰਿਹਾ ਸੀ ਵੀ ਏਦਾਂ ਹੋਣਾ, ਏਦਾਂ ਹੋਇਆ ਜੀ। ਇੱਕ ਸੰਭਾਵਨਾ ਸੀ ਵੀ ਅਰੁਣ ਜੇਤਲੀ ਨੂੰ ਸ਼ਾਇਦ ਕਾਨੂੰਨ ਮੰਤਰੀ ਬਣਾਇਆ ਜਾਏਗਾ, ਪਰ ਉਹ ਨਹੀਂ ਹੋਇਆ। ਅਰੁਣ ਜੇਤਲੀ ਦੇ ਕੋਲ ਉਹੀ ਜਿਹੜੇ ਪੁਰਾਣੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਤੇ ਫਾਈਨਾਂਸ ਮਿਨਿਸਟਰੀ ਜਿਹੜੀ ਉੱਦਾਂ ਹੀ ਬਰਕਰਾਰ ਹੈ। ਪਰ ਸਦਾਨੰਦ ਗੌੜਾ ਜਿਹੜੇ ਕਾਨੂੰਨ ਦੇ ਉੱਗੇ ਮਾਹਰ ਨੇ, ਤੇ ਉਹਨਾਂ ਤੋਂ ਕਾਨੂੰਨ ਮੰਤਰਾਲਾ ਲੈ ਲਿਆ ਗਿਆ ਤੇ ਉਹਨਾਂ ਦੀ ਥਾਂ ਦੇ ਉੱਤੇ ਰਵੀ ਸ਼ੰਕਰ ਪ੍ਰਸਾਦ ਜਿਹੜੇ ਉੱਗੇ ਵਕੀਲ ਆ, ਉਹਨਾਂ ਨੂੰ ਕਾਨੂੰਨ ਮੰਤਰਾਲਾ ਦਿੱਤਾ ਗਿਆ। ਜਿਹੜਾ ਸਭ ਤੋਂ ਮਹੱਤਵਪੂਰਨ ਜਿਹੜੀ ਵਜ਼ਾਰਤ ਦੇ ਵਿੱਚ ਤਬਦੀਲੀ ਉਹ ਹੈਗੀ ਹੈ HRD ਮਿਨਿਸਟਰ ਦੀ, ਸਿਮਰਤੀ ਇਰਾਨੀ ਦੀ। ਜੀ 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 ਸਿਮਰਤੀ ਇਰਾਨੀ ਨੇ 2 ਸਾਲਾਂ ਦੇ ਵਿੱਚ ਲਗਾਤਾਰ ਵਿਵਾਦ ਦਰ ਵਿਵਾਦ ਪੈਦਾ ਕੀਤੇ ਹੈ ਜੀ। ਤੇ ਸਿਮਰਤੀ ਇਰਾਨੀ ਦੀ ਆਪ ਦੀ ਕੁਆਲੀਫਿਕੇਸ਼ਨ ਦੇ ਉੱਤੇ ਵੀ ਮਨੁੱਖੀ ਸਰੋਤ ਵਿਕਾਸ ਮੰਤਰੀ ਹੋਵੇ, ਜਿਹਦੇ ਅੰਡਰ ਐਜੂਕੇਸ਼ਨ ਦਾ ਮਹਿਕਮਾ ਵੀ ਆਉਂਦਾ, ਤੇ ਆਪ ਉਹਦੀ ਕੁਆਲੀਫਿਕੇਸ਼ਨ ਤੇ ਐਜੂਕੇਸ਼ਨ ਤੇ ਸਵਾਲ ਉੱਠਦੇ ਰਹੇ ਨੇ। ਫਿਰ ਰੋਹਿਤ ਵੇਮੁਲਾ ਦੀ ਖੁਦਕੁਸ਼ੀ ਵਾਲਾ ਮਾਮਲਾ, ਫਿਰ JNU ਵਾਲਾ ਮਾਮਲਾ, ਜਵਾਹਰ ਲਾਲ ਯੂਨੀਵਰਸਿਟੀ ਵਾਲਾ ਮਾਮਲਾ, ਡਿਗਰੀ ਵਿਵਾਦ, 10-11 ਵਿਵਾਦ 2 ਸਾਲਾਂ 'ਚ ਉਹਨਾਂ ਦੇ ਅੱਗੇ ਪਿੱਛੇ ਰਹੇ ਆ। ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੇ ਕੋਈ ਮਰਜ਼ੀ ਨਾਲ ਆਪਣੇ ਸਾਰੇ ਵਿਵਾਦ ਪੈਦਾ ਕੀਤੇ। ਵਿਵਾਦ ਪੈਦਾ ਕਰਨਾ ਜ਼ਰੂਰੀ ਸੀ। RSS ਦੀ ਰਾਜਨੀਤੀ ਨੂੰ ਜੇ ਭਾਰਤੀ ਜਨਤਾ ਪਾਰਟੀ ਦੇ ਮਿਨਿਸਟਰਾਂ ਦੇ ਅੱਗੇ ਨਹੀਂ ਲੈ ਕੇ ਜਾਣਾ ਤਾਂ ਕੌਣ ਲੈ ਕੇ ਜਾਏਗਾ ਜੀ। ਉਹਨਾਂ ਦੀ ਇੱਕ ਰਾਜਨੀਤੀ ਆ, ਉਹਨੂੰ ਲੈ ਕੇ ਜਾ ਰਹੇ। ਪਰ ਉਹ ਇਹ ਰਾਜਨੀਤੀ ਕਰਦਿਆਂ ਨੰਬਰ ਇੱਕ ਤਾਂ ਉਹਨਾਂ ਵਾਸਤੇ ਦਿੱਕਤ ਇਹ ਆਈ ਕਿ ਖੁਦ ਉਹਨਾਂ ਦੀ ਕੁਆਲੀਫਿਕੇਸ਼ਨ ਤੇ ਉਹਨਾਂ ਦੀ ਜਿਹੜੀ ਲਿਆਕਤ ਹੈ ਉਹਦੇ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਗਏ। ਦੂਜੀ ਗੱਲ ਇਹ ਆ ਵੀ ਉਹ ਜਿਹੜੀ ਉਹਨਾਂ ਨੂੰ ਡਿਊਟੀ ਦਿੱਤੀ ਗਈ ਹੋਏਗੀ RSS ਵੱਲੋਂ ਜਾਂ ਭਾਰਤੀ ਜਨਤਾ ਪਾਰਟੀ ਵੱਲੋਂ, ਡਿਊਟੀ ਨਿਭਾਉਂਦਿਆਂ ਹੋਇਆ ਉਹ ਬਹੁਤ ਐਗਰੈਸਿਵ ਹੁੰਦੇ ਰਹੇ ਜੀ। ਤੇ ਉਹ ਏਦਾਂ ਬੋਲਦੇ ਰਹੇ ਜਿੱਦਾਂ ਜਿੱਦਾਂ ਉਹ ਆਪਣੇ ਸੀਰੀਅਲ ਕਰਦੇ ਰਹੇ, ਜਿੱਦਾਂ ਨਾ ਟੈਲੀਵਿਜ਼ਨ ਦੇ ਵਿੱਚ, ਕਿਉਂਕਿ ਸਾਥ ਵੀ ਕਭੀ ਬਹੂ ਥੀ, ਏਦਾਂ ਡਾਇਲੋਗਬਾਜ਼ੀ ਦੇ ਵਿੱਚ ਤਾਂ ਉਹਨੇ ਖੁਦ ਸਿਮਰਤੀ ਇਰਾਨੀ ਵਾਸਤੇ ਦਿੱਕਤਾਂ ਪੈਦਾ ਕਰ ਦਿੱਤੀਆਂ। ਪਰ ਸਿਮਰਤੀ ਇਰਾਨੀ ਭਾਰਤੀ ਜਨਤਾ ਪਾਰਟੀ ਦੀ ਚਹੇਤੀ ਹੈ। ਇਸ ਗੱਲ ਨੂੰ ਪ੍ਰਮਾਣਿਤ ਕਰ ਦਿੱਤਾ ਜਦੋਂ ਵਜ਼ਾਰਤ ਦੇ ਵਿੱਚ ਵਾਅਦਾ ਕੀਤਾ ਗਿਆ ਜਾਂ ਮਹਿਕਮੇ ਬਦਲੇ ਗਏ। ਮਤਲਬ ਵਾਅਦਾ ਕਰਦਿਆਂ ਹੋਇਆ 5 ਮੰਤਰੀਆਂ ਦੀ ਛੁੱਟੀ ਕਰ ਦਿੱਤੀ, ਪਰ ਸਿਮਰਤੀ ਇਰਾਨੀ ਦੀ ਛੁੱਟੀ ਨਹੀਂ ਕੀਤੀ, ਉਹਦਾ ਮਹਿਕਮਾ ਜ਼ਰੂਰ ਬਦਲ ਦਿੱਤਾ ਗਿਆ। ਉਹਨੂੰ ਟੈਕਸਟ ਤੋਂ ਹੁਣ ਟੈਕਸਟਾਈਲ ਵੱਲ ਭੇਜ ਦਿੱਤਾ ਗਿਆ। ਟੈਕਸਟ ਯਾਨੀ ਬੁੱਕ, ਕਿਤਾਬ ਤੋਂ ਪਰੇ ਕਰਕੇ ਉਹਨੂੰ ਫਿਰ ਟੈਕਸਟਾਈਲ ਵੱਲ ਭੇਜ ਦਿੱਤਾ ਗਿਆ। ਤੇ ਉੱਥੇ ਜਾ ਕੇ ਵੀ ਉਹਨੇ ਕਿਹੜਾ ਵਿਵਾਦ ਪੈਦਾ ਕਰਨੋਂ ਹਟ ਜਾਣਾ। ਕਈ ਲੋਕਾਂ ਦੀ ਜਿਹੜੀ ਸ਼ਖਸੀਅਤ ਦੇ ਵਿੱਚ ਵਿਵਾਦ ਪਏ ਹੁੰਦੇ ਆ, ਤੇ ਇੱਦਾਂ ਦੇ ਲੋਕਾਂ ਨੂੰ ਕੁਝ ਡਿਊਟੀਜ਼ ਵੀ ਦਿੱਤੀਆਂ ਹੁੰਦੀਆਂ। ਸੋ ਡਿਊਟੀਜ਼ ਨਿਭਾ ਰਹੀ ਸੀ ਉਹ। HRD ਮਿਨਿਸਟਰ ਹੁੰਦੇ ਆ, ਹੁਣ ਟੈਕਸਟਾਈਲ ਮਿਨਿਸਟਰ ਹੁੰਦੇ ਆ, ਕੋਈ ਡਿਊਟੀ ਨਿਭਾਏਗੀ। ਪਰ ਇਹਦੇ ਨਾਲ ਕੋਈ ਭਾਰਤ ਦੀ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਦੇ ਵਿੱਚ ਕੋਈ ਸਿਆਸੀ ਤਬਦੀਲੀ ਆ ਜਾਣੀ ਹੈ, ਏਦਾਂ ਨਹੀਂ ਹੋਣ ਵਾਲਾ ਜੀ। ਪ੍ਰਕਾਸ਼ ਜਾਵੜੇਕਰ ਨੂੰ ਉਹਨਾਂ ਦੀ ਥਾਂ ਦੇ ਉੱਤੇ ਮਨੁੱਖੀ ਸਰੋਤ ਵਿਕਾਸ ਮੰਤਰੀ ਲਾਇਆ ਗਿਆ। ਪ੍ਰਕਾਸ਼ ਜਾਵੜੇਕਰ ਮੁਕਾਬਲਤਨ ਸੱਜਣ ਵਿਅਕਤੀ ਦਿਖਾਈ ਦਿੰਦੇ ਨੇ, ਪਰ ਰਾਜਨੀਤੀ ਤਾਂ ਉਹੀ ਕਰਨਗੇ ਨਾ ਜੇ ਸਿਲੇਬਸ ਬਦਲਨੇ ਆ ਜੀ। ਜੇ RSS ਦੇ ਇਸ਼ਾਰੇ ਦੇ ਉੱਤੇ ਸਿਲੇਬਸ ਬਦਲਨੇ ਆ, ਪਾਠਕ੍ਰਮ ਸਾਰੇ ਚੇਂਜ ਕਰ ਦੇਣੇ, ਉਹੀ ਪੜ੍ਹਾਇਆ ਜਾਣਾ ਜੋ RSS ਚਾਹੇਗੀ। ਜੇ RSS ਚਾਹੇਗੀ ਕਿ ਫਲਾਣੇ
ਜਿਹੜਾ ਯੂਨੀਵਰਸਿਟੀ ਆ ਉਹਦਾ VC ਆ ਹੋਣਾ ਚਾਹੀਦਾ, ਤੇ ਉਹੀ ਹੋਏਗਾ ਪ੍ਰਕਾਸ਼ ਜਾਵੜੇਕਰ ਉਹੀ ਲਾਉਣਗੇ, ਕੋਈ ਨਵਾਂ ਥੋੜ੍ਹਾ ਲੱਗੇਗਾ ਜੀ। ਇਸ ਕਰਕੇ ਕੋਈ ਬਹੁਤ ਸਿਫਤੀ ਤਬਦੀਲੀ ਨਹੀਂ ਹੋਣ ਵਾਲੀ। ਉਂਝ ਇਹ ਆ ਕਿ ਚਿਹਰਾ ਮੋੜਾ ਜਿਹਾ ਬਦਲਿਆ ਤੇ ਕੁਝ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਹੋਇਆ ਮਿਨਿਸਟਰੀਆਂ ਜਿਹੜੀਆਂ ਦਿੱਤੀਆਂ ਗਈਆਂ, ਪਰ ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਉਮੀਦ ਸੀ ਉਹ ਉਮੀਦ ਮਿੱਟੀ ਹੋ ਗਈ ਹੈ। ਉਹਨਾਂ ਦਾ ਠੂਠਾ ਖਾਲੀ ਰਿਹਾ। ਇੱਕ ਮੰਤਰੀ ਉਹਨਾਂ ਦਾ ਬਾਦਲ ਸਾਹਿਬ ਦੀ ਨੂੰਹ ਹਰਸਿਮਰਤ ਕੌਰ ਬਾਦਲ ਪਹਿਲਾਂ ਹੈਗੀ ਆ ਫੂਡ ਪ੍ਰੋਸੈਸਿੰਗ ਮਿਨਿਸਟਰ, ਤੇ ਉਹਨਾਂ ਨੂੰ ਆਸ ਸੀ ਵੀ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਕਿਸੇ ਹੋਰ ਮੰਤਰੀ ਨੂੰ ਲੈਣਗੇ ਪੰਜਾਬ 'ਚ ਚੋਣਾਂ ਦੇ ਮੱਦੇਨਜ਼ਰ, ਪਰ SS ਆਹਲੂਵਾਲੀਆ ਇੱਕ ਸਿੱਖ ਕੇਸ ਲੈ ਲਿਆ ਗਿਆ, ਜਿਹੜਾ ਦਾਰਜਲਿੰਗ ਤੋਂ ਰਾਜ ਸਭਾ ਦਾ ਮੈਂਬਰ ਹੈ, ਜਿਹੜਾ ਨਰਸਿਮਹਾ ਰਾਓ ਦੀ ਸਰਕਾਰ 'ਚ ਵੀ ਮੰਤਰੀ ਰਿਹਾ, ਜਿਹੜਾ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ 'ਚ ਵੀ ਮੰਤਰੀ ਰਿਹਾ, ਅੱਜ ਨਰਿੰਦਰ ਮੋਦੀ ਦੀ ਸਰਕਾਰ 'ਚ ਵੀ ਮੰਤਰੀ ਹੈ, ਜਿਨ੍ਹਾਂ ਦਾ ਕੋਈ ਸਿਧਾਂਤਕ ਕਿਸਮ ਦਾ ਕੋਈ ਮਸਲਾ ਨਹੀਂ ਹੈ, ਜਿਹੜੀ ਸਰਕਾਰ ਆਈ ਉਹਦੇ ਨਾਲ ਹੋ ਗਏ। ਉਹਨੂੰ ਲੈ ਲਿਆ ਗਿਆ ਇਹ ਕਹਿ ਕੇ ਕਿ ਪੰਜਾਬ ਦੀਆਂ ਚੋਣਾਂ 'ਚ ਇਹਨੂੰ ਵਰਤਾਂਗੇ ਇੱਕ ਸਿੱਖ ਕੇਸ ਦੇ ਤੌਰ ਦੇ ਉੱਤੇ, ਪਰ ਸ਼੍ਰੋਮਣੀ ਅਕਾਲੀ ਦਲ ਦਾ ਠੂਠਾ ਖਾਲੀ ਰੱਖਿਆ ਗਿਆ। ਤੇ ਇੱਕ ਸੰਕੇਤ ਵੀ ਹੈ ਜੀ ਵੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਇੱਧਰ ਬੈਠਾ ਵੀ ਹਾਂ BJP ਦੇ ਨਾਲ ਰਲ ਕੇ ਚੋਣ ਲੜਨੀ ਹੈ, BJP ਨਾਲ ਰਲ ਕੇ ਚੋਣ ਲੜਨ ਦੀ ਸੰਭਾਵਨਾ ਹੌਲੀ ਹੌਲੀ ਮੱਧਮ ਵੀ ਹੋ ਰਹੀ ਹੈ। ਜਿੱਦਾਂ ਨਵਜੋਤ ਸਿੰਘ ਸਿੱਧੂ ਨੂੰ ਕੋਰ ਕਮੇਟੀ 'ਚ ਪਾਇਆ ਗਿਆ ਤੇ ਨਵਜੋਤ ਸਿੰਘ ਸਿੱਧੂ ਨੂੰ ਮਿਨਿਸਟਰ ਵੀ ਨਹੀਂ ਬਣਾਇਆ ਗਿਆ, ਪੰਜਾਬ 'ਚ ਹੀ ਸ਼ਾਇਦ ਉਹਦੀ ਡਿਊਟੀ ਲਾਈ ਜਾਣੀ ਹੈ। ਉਹਦੇ ਤੋਂ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ BJP ਦੀ ਜਿਹੜੀ ਸਾਂਝ ਕਈ ਵਾਰੀ ਸਾਨੂੰ ਜਿੱਦਾਂ ਲੱਗਦਾ ਵੀ ਟੁੱਟੂ ਕਰਦੀ ਹੈ, ਹੁਣ ਫੇਰ ਟੁੱਟੂ ਕਰ ਰਹੀ ਹੈ। ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਭਾਰਤੀ ਜਨਤਾ ਪਾਰਟੀ ਦਾ ਅਸਲ ਮਕਸਦ, ਚੋਣ ਮਕਸਦ ਪੰਜਾਬ ਵਿੱਚ ਕੀ ਹੈ। ਜੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਕਰਦੇ ਹਾਂ ਸੁਸ਼ੀਲ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਮਿਹਰਬਾਨੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਹੁਣੇ ਵੀ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਿਓ, ਹੱਸਦੇ ਖੇਲਦੇ ਰਿਓ ਤੇ ਸੁਣਦੇ ਰਿਓ ਜੀ ਪੰਜਾਬੀ ਰੇਡੀਓ USA।